अस्सलाम वालेकुम। ਅੱਜ ਬੜੀ ਖੁਸ਼ੀ ਹੋਈ ਕਿ ਤੁਸੀਂ ਬੜਾ ਲੰਬਾ ਸਫ਼ਰ ਕਰਕੇ ਆਏ ਹੋ। ਇੱਕ ਦਿਹਾਤ ਦੇ ਵਿੱਚ ਮਾਮੂਲੀ ਜਗ੍ਹਾ ਹੈ ਤੇ ਰੋਡ ਸਿਰਫ ਇੱਕ ਥਾਣਾ ਲੈਵਲ ਹੈ, ਕਸਬਾ ਛੋਟਾ ਜਿਹਾ। ਫਾਰਨਰ ਵੀ ਆਏ ਇੱਥੇ ਵਿਜ਼ਿਟ ਕਰਨ ਵਾਸਤੇ। ਖਾਸ ਤੌਰ 'ਤੇ ਨਵਾਜ਼ ਸ਼ਰੀਫ ਯੂਨੀਵਰਸਿਟੀ ਡਾਕਟਰ ਆਸਿਫ ਸਾਹਿਬ ਵਾਈਸ ਚਾਂਸਲਰ ਰਹਿ ਗਏ ਨੇ। ਉਹ ਬੜਾ ਜਿਹੜਾ ਹੀ ਵਫਦ ਆਉਂਦਾ ਸੀ ਬਾਹਰ ਉਹਨੂੰ ਲਾਜ਼ਮੀ ਇੱਥੇ ਲੈ ਕੇ ਆਉਂਦੇ ਸਾਡੇ ਕੋਲ। ਉਹਨਾਂ ਨੂੰ ਦਿਖਾਉਂਦੇ ਵੀ ਆਓ ਤੁਹਾਨੂੰ ਵੀ ਦਿਖਾਵਾਂ ਵੀ ਇੱਥੇ ਵੀ ਜ਼ਰਾਅਤ ਦਾ ਕੋਈ ਕੰਮ ਹੋ ਰਿਹਾ। ਔਰ ਅਲਹਮਦੁਲਿਲਾ ਹੁਣ ਇਹ ਪਾਕਿਸਤਾਨ ਦਾ ਹੱਬ ਹੈ ਟਨਲ ਫਾਰਮਿੰਗ ਦਾ। ਇਹ ਇਲਾਕਾ ਜਿਹੜਾ ਨਾ ਪਾਕਿਸਤਾਨ ਦਾ ਹੱਬ ਹੈ, ਪੰਜਾਬ ਦਾ ਹੱਬ ਨਹੀਂ, ਪਾਕਿਸਤਾਨ ਦਾ, ਪੂਰੇ ਪਾਕਿਸਤਾਨ ਦਾ ਹੱਬ ਹੈ। ਬਹੁਤ ਜ਼ਿਆਦਾ ਟਨਲ ਫਾਰਮਿੰਗ ਇਸ ਇਲਾਕੇ ਦੇ ਵਿੱਚ ਉਹ ਹੈ ਜਨੂਨ ਵਾਲੀ ਗੱਲ, ਪਾਗਲਪੁਰ ਵਾਲੀ ਗੱਲ। ਸਾਨੂੰ ਲੋਕ ਪਾਗਲ ਕਹਿੰਦੇ ਸੀ, ਕਮਲਾ। ਲੇਕਿਨ ਸਾਡੇ ਜ਼ਿਹਨ ਜਿਹੜੀ ਚੀਜ਼ ਔਰ ਮੇਰਾ ਤਸੱਵਰ ਹੈ ਜਾਂ ਮੇਰਾ ਆਈਡੀਆ ਹੈ, ਸਮਝ ਲਓ, ਅਕਲਮੰਦ ਬੰਦਾ ਨਹੀਂ ਕਰ ਸਕਦਾ। ਇਹ ਪਾਗਲ ਬੰਦਾ ਹੀ ਕਰਦਾ ਇਹ ਕੰਮ, ਜਿਹਨੂੰ ਲੋਕ ਪਾਗਲ ਕਹਿਣ ਨਾ ਜੀ। ਕਿਉਂਕਿ ਉਹ ਆਪਣੀ ਧੁਨ ਦੇ ਉਹਦੇ ਜਿਹੜੇ ਅੰਦਰ ਜ਼ਿਹਨ ਧੁਨ ਬਣੀ ਹੁੰਦੀ ਹੈ ਨਾ, ਉਹਦਾ ਜ਼ਿਹਨ ਉਧਰ ਚੱਲਦਾ ਹੈ ਔਰ ਉਸੇ ਪਾਸੇ ਚੱਲਦਾ ਹੈ ਔਰ ਇੱਕ ਨਾ ਇੱਕ ਦਿਨ ਇੱਕ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਮਿਹਨਤ ਵਾਲੀ ਗੱਲ ਤਾਂ ਸਾਰੇ ਦੋਸਤਾਂ ਨੇ ਕੀਤੀ, ਅਸੀਂ ਪਹਿਲੇ ਵੀ ਬਹੁਤ ਕਰਦੇ ਸੀ। ਜਦੋਂ ਕਾਟਨ ਕਾਸ਼ ਕਰਦੇ ਉਦੋਂ ਵੀ ਬੜੀ ਮਿਹਨਤ ਕਰਦੇ ਸੀ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂਗਾ, ਤੁਸੀਂ ਫੀਲਡ 'ਚ ਜਾਣਾ ਹੈ, ਸੂਦ ਦੇ ਨੇੜੇ ਨਾ ਜਾਇਆ ਜੀ। ਇਹ ਵੀ ਤਜਰਬੇ ਦੀ ਗੱਲ ਹੈ। ਸਾਡੇ ਫਾਰਮ ਦੀ ਬਿਹਤਰੀ ਇਸ ਵਜ੍ਹਾ ਤੋਂ ਹੈ, ਜਦੋਂ ਅਸੀਂ ਸੂਦ ਛੱਡਿਆ, ਬੈਂਕਾਂ ਤੋਂ ਕਰਜ਼ੇ ਲੈਣੇ ਛੱਡੇ ਨੇ, ਅੱਲਾਹ ਤਾਲਾ ਨੇ ਸਾਡੇ ਵਾਸਤੇ ਆਸਾਨੀਆਂ ਪੈਦਾ ਕਰਤੀਆਂ। ਅੱਜ ਸਾਡਾ ਫਾਰਮਰ ਪਰੇਸ਼ਾਨ ਹੈ। ਹਰ ਜਗ੍ਹਾ ਤੁਸੀਂ ਅਖਬਾਰਾਂ 'ਚ, ਮੀਡੀਆ 'ਚ ਹਰ ਜਗ੍ਹਾ ਦੇਖਦੇ ਹੋ ਕਿ ਫਾਰਮਰ ਬਹੁਤ ਪਰੇਸ਼ਾਨ ਨੇ। ਲੇਕਿਨ ਅਸੀਂ ਮੁਤਮਿਨ ਹਾਂ, ਆਪਣੀ ਜ਼ਰਾਅਤ ਤੋਂ ਮੁਤਮਿਨ ਹੈ, ਆਪਣੇ ਖੇਤ ਤੋਂ ਮੁਤਮਿਨ ਹੈ, ਆਪਣੀ ਫਸਲਾਂ ਤੋਂ ਮੁਤਮਿਨ ਹੈ। ਅਲਹਮਦੁਲਿਲਾ ਅਸੀਂ ਉਸ਼ਰ ਵਗੈਰਾ ਵੀ ਕੱਢਦੇ ਹਾਂ, ਆਪਣੀ ਫਸਲਾਂ ਦਾ ਬਾਕਾਇਦਾ ਉਸ਼ਰ ਕੱਢਦੇ ਹਾਂ। ਕੋਸ਼ਿਸ਼ ਕਰਦੇ ਹਾਂ ਆਪਣੀ ਤਰਫੋਂ ਚਾਰਾਂ ਨੇ ਜ਼ਿਆਦਾ ਚਲੇ ਜਾਣ, ਬਚੇ ਨਾ। ਇਹ ਆਪਣੀ ਤਰਫੋਂ ਕੋਸ਼ਿਸ਼ ਕਰਦੇ ਹਾਂ ਔਰ ਸੂਦ ਦੇ ਨੇੜੇ ਨਹੀਂ ਜਾਂਦੇ। ਬੈਂਕਾਂ ਤੋਂ ਕਰਜ਼ੇ ਲੈਣਾ ਬੰਦ ਕਰ, ਜਦੋਂ ਦੇ ਬੰਦ ਕੀਤੇ ਨੇ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਆਸਾਨੀਆਂ ਪੈਦਾ ਕਰਦੀਆਂ। ਮਿਹਨਤ ਆਪਣੀ ਜਗ੍ਹਾ 'ਤੇ, ਲੇਕਿਨ ਇਹਨਾਂ ਚੀਜ਼ਾਂ 'ਤੇ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ। ਕਾਸ਼ਫ ਤੁਹਾਡੇ ਸਾਹਮਣੇ ਬੈਠਾ ਹੈ, ਇਹ MSc ਕੀਤੀ ਇਹਨੇ ਗੌਰਮੈਂਟ ਕਾਲਜ ਲਾਹੌਰ 'ਚੋਂ ਔਰ ਇਕਨੋਮਿਕਸ MSc ਕੀਤੀ। ਇਹ ਬਾਹਰ ਗਿਆ ਅਮਰੀਕਾ, ਬੜੇ ਸਵਾਲ ਹੋਏ ਇਹਦੇ ਉੱਤੇ, ਬੜੇ ਸਵਾਲ ਵਗੈਰਾ ਕੀਤੇ ਜਿਹੜੇ ਵੀ ਉੱਥੋਂ ਦੇ ਫਾਰਨਰ ਲੋਕ ਸੀ। ਔਰ ਫਿਰ ਉਹਨਾਂ ਨੇ ਵਾਪਸੀ 'ਤੇ PhD ਡਿਗਰੀ ਦਿੱਤੀ, ਉਹਨੂੰ ਇਜਾਜ਼ੀ ਡਿਗਰੀ PhD ਦੀ ਦਿੱਤੀ, ਸਿਰਫ ਇਹਦੀ ਦਿਲਚਸਪੀ ਦੀ ਵਜ੍ਹਾ ਤੋਂ, ਸਿਰਫ ਦਿਲਚਸਪੀ ਦੀ ਵਜ੍ਹਾ ਤੋਂ। ਹਾਲਾਂਕਿ ਇਹਦੀ ਤਾਲੀਮ ਹੀ ਕੋਈ ਨਹੀਂ, ਐਗਰੀਕਲਚਰ ਦੀ ਤਾਲੀਮ ਹੀ ਕੋਈ ਨਹੀਂ ਸੀ। ਸਿਰਫ ਜਿਹੜਾ ਕੋਈ ਆਪਣੇ ਫੀਲਡ 'ਚ ਸਿੱਖਿਆ ਜਾਂ ਜਿਹੜਾ ਕੋਈ ਦੇਖਿਆ ਆਪਣੇ ਫੀਲਡ 'ਚ ਜਿਹੜਾ ਕੁਛ ਕੀਤਾ, ਉਹਦੇ ਮੁਤਾਬਕ ਉੱਥੇ ਜਾ ਕੇ ਇਹਨੇ ਕੁਐਸਚਨ ਵਗੈਰਾ ਕੀਤੇ, ਉੱਥੋਂ ਸਿੱਖਣ ਦੀ ਕੋਸ਼ਿਸ਼ ਕੀਤੀ। ਉਹਨਾਂ ਲੋਕਾਂ ਨੇ ਫਿਰ ਵਾਪਸੀ 'ਤੇ ਇਜਾਜ਼ੀ ਡਿਗਰੀ ਦਿੱਤੀ। ਔਰ ਮਨੇਜ ਸਾਹਿਬ ਨੇ, ਮੁਮਤਾਜ਼ ਮਨੇਜ ਸਾਹਿਬ ਦਾ ਨਾਮ ਸੁਣਿਆ ਹੋਵੇਗਾ ਜੀ। ਉਹ ਜਦੋਂ ਵੀ ਬੋਲਣਗੇ ਉਹ ਡਾਕਟਰ ਬੁਲਾਉਂਦੇ ਨੇ। ਉਹਨੇ ਇਹ ਕਹਿੰਦੇ ਜੀ ਮੈਂ ਕਿੱਥੋਂ ਡਾਕਟਰ? ਉਹਨੇ ਕਿਹਾ ਤੂੰ ਡਾਕਟਰ ਹੈ, PhD ਡਿਗਰੀ ਤੈਨੂੰ ਆਜ਼ਾਦੀ ਮਿਲੀ, ਤੂੰ ਡਾਕਟਰ ਹੈ। ਮਕਸਦ ਹੈ ਕਿ ਇਹ ਕੰਮ ਅਲਹਮਦੁਲਿਲਾ ਸਾਡੇ ਇਲਾਕੇ ਦੇ ਵਿੱਚ ਬੜੀ ਤੇਜ਼ੀ ਨਾਲ ਗਿਆ ਹੈ ਔਰ ਇੱਥੋਂ ਦੇ ਆਵਾਮ ਨੇ, ਇੱਥੋਂ ਦੇ ਲੇਬਰ ਨੇ, ਔਰ ਇੱਥੋਂ ਦੇ ਜਿਤਨੇ ਵੀ ਸਰਮਾਇਆਦਾਰ ਸੀ, ਛੋਟੇ ਸੀ, ਵੱਡੇ ਸੀ, ਉਹਨੂੰ 2-3 ਸਾਲ ਦਾ ਸਾਨੂੰ ਦੇਖਿਆ ਵੀ ਇਹ ਕੀ ਕਰਦੇ ਪਏ ਨੇ। 3 ਸਾਲਾਂ ਤੋਂ ਬਾਅਦ ਫਿਰ ਉਹਨਾਂ ਨੇ ਆਹਿਸਤਾ ਨਜ਼ਦੀਕ ਆਉਣਾ ਸ਼ੁਰੂ ਕੀਤਾ। 3 ਸਾਲ ਦਾ ਇੰਤਜ਼ਾਰ 'ਚ ਰਹੇ ਨੇ ਵੀ ਇਹ ਹੁਣੇ ਖਤਮ ਹੋਇਆ, ਹੁਣੇ ਖਤਮ ਹੋਇਆ, ਹੁਣੇ ਖਤਮ ਹੋਇਆ। ਲੇਕਿਨ ਅਸੀਂ ਹਰ ਸਾਲ ਕਾਸ਼ਤ ਸਾਡੀ ਵੱਧਦੀ ਗਈ। ਪਹਿਲੇ 3 ਏਕੜ ਸੀ, ਫਿਰ 10 ਏਕੜ ਚਲੇ ਗਏ, ਫਿਰ 15 ਏਕੜ 'ਤੇ ਚਲੇ ਗਏ। ਫਿਰ ਲੋਕਾਂ ਨੇ ਮੁਜ਼ਾਹਰਿਆਂ ਨੂੰ, ਮੁਲਾਜ਼ਮਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਯਾਰ ਇਹ ਕਿਤਨੀ ਬੱਚਤ ਆਉਂਦੀ ਤੁਹਾਨੂੰ। ਮੁਲਾਜ਼ਮਾਂ ਦਾ 10ਵਾਂ ਹਿੱਸਾ ਹੁੰਦਾ ਸੀ। ਉਹਨਾਂ ਆਖਿਆ ਸਾਨੂੰ ਲੱਖ ਰੁਪਇਆ ਬਚ ਗਿਆ। ਅੱਗੇ ਸਾਨੂੰ 20,000 ਰੁਪਇਆ ਮਿਲਦਾ ਸੀ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ, ਹੁਣ ਸਾਨੂੰ ਲੱਖ ਰੁਪਇਆ ਮਿਲ ਜਾਂਦਾ। ਉਹਨੇ ਆਖਿਆ ਲੱਖ ਰੁਪਇਆ ਤੁਹਾਨੂੰ ਮਿਲ ਜਾਂਦਾ, ਮਤਲਬ ਫਿਰ ਮਾਲਕ ਨੂੰ 9 ਲੱਖ ਰੁਪਇਆ ਬਚ ਗਿਆ। ਤੁਹਾਡਾ ਹੀ ਲੱਖ ਰੁਪਇਆ 10ਵਾਂ ਹਿੱਸਾ ਹੈ ਜਾਂ 9ਵਾਂ ਹਿੱਸਾ, 'ਤੇ ਲੱਖ ਰੁਪਇਆ ਮਿਲਿਆ ਤਾਂ ਮਾਲਕ ਨੂੰ ਇਤਨੇ ਪੈਸੇ ਮਿਲੇ। ਫਿਰ ਜ਼ਿਮੀਂਦਾਰਾਂ ਨੇ ਇੱਧਰੋਂ ਉੱਧਰੋਂ ਮਾਲੂਮਾਤ ਲੈ ਕੇ ਫਿਰ ਸਾਡੇ ਨੇੜੇ ਆਏ, ਫਿਰ ਉਹਨਾਂ ਨੇ ਇਸ ਕੰਮ ਨੂੰ ਸ਼ੁਰੂ ਕੀਤਾ। ਅਲਹਮਦੁਲਿਲਾ ਅੱਜ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਟਨਲ ਕਾਸ਼ਤ ਹੋ ਰਹੀ। ਨੁਕਸਾਨ ਵੀ ਹੁੰਦੇ ਨੇ, ਲੇਕਿਨ ਉਹਦੇ ਬਾਵਜੂਦ ਵੀ ਲੋਕ ਲੱਗੇ ਨੇ ਇਸ ਕੰਮ ਦੇ ਉੱਤੇ। ਬੜੀ ਤੇਜ਼ੀ ਨਾਲ ਇਹ ਕੰਮ ਅੱਗੇ ਹੀ ਹੈ। ਹੁਣ ਰੌਲਾ ਸਿਰਫ ਜਿਹੜਾ ਹੈ ਮਾਰਕੀਟਿੰਗ ਦਾ ਹੈ, ਜਿਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਪਿਛਲੇ ਦਿਨਾਂ 'ਚੋਂ ਡਾਕਟਰ ਜ਼ੁਲਫਕਾਰ ਸਾਹਿਬ ਜਿਹੜੇ ਤੁਹਾਡੇ VC ਨੇ, ਉਹ ਵੀ ਆਏ ਇੱਥੇ, ਅਤੇ ਉਹਨਾਂ ਨੇ ਵੀ ਇਸ ਚੀਜ਼ ਨੂੰ ਪੁਆਇੰਟ ਨੂੰ ਚੱਕਿਆ ਸੀ ਕਿ ਮਾਰਕੀਟਿੰਗ ਵਾਲਾ ਸ਼ੋਭਾ ਸਾਡਾ ਖਾਲੀ ਹੈ। ਕਿਉਂਕਿ ਐਕਸਪੋਰਟ ਐਵੇਂ ਨਹੀਂ ਹੁੰਦੀ, ਬਗੈਰ ਐਕਸਚੇਂਜ ਦੇ ਐਕਸਪੋਰਟ ਨਹੀਂ ਹੁੰਦੀ। ਸਾਡੇ ਕੋਲ ਬਹੁਤ ਸਾਰੀ ਚੀਜ਼ ਐਕਸੈਸ ਜਿਹੜੀ ਜ਼ਾਇਆ ਹੁੰਦੀ। ਅੱਜ ਪਿਆਜ਼ ਸਾਡਾ ਜ਼ਾਇਆ ਹੋ ਰਿਹਾ, ਟਮਾਟਰ ਜ਼ਾਇਆ ਹੋ ਰਿਹਾ, ਗੋਭੀ ਜ਼ਾਇਆ ਹੋ ਗਈ, ਆਲੂ ਜ਼ਾਇਆ ਹੋ ਰਿਹਾ। ਬਸ ਇਹ ਫਸਲਾਂ ਸਾਡੀਆਂ ਜ਼ਾਇਆ ਹੋ ਰਹੀਆਂ ਨੇ। ਇਹਦਾ ਸਾਡਾ ਕੋਈ ਮੈਕੈਨਿਜ਼ਮ ਕੋਈ ਨਹੀਂ ਜਿਹੜਾ ਗੌਰਮੈਂਟ ਨੇ ਸਾਡੇ ਨਾਲ ਸ਼ੇਅਰ ਕੀਤਾ ਹੋਇਆ, ਸਾਨੂੰ ਇਸ ਵਾਸਤੇ ਲੈ ਕੇ ਆਇਆ ਹੋਵੇ। ਸਾਡੇ ਕੋਲ ਪਿਆਜ਼ ਕਾਸ਼ਤ ਕਰਵਾਇਆ ਗੌਰਮੈਂਟ ਨੇ, ਖੁਦ ਕਾਸ਼ਤ ਕਰਵਾਇਆ ਵੀ ਅਸੀਂ ਇਨਸੈਂਟਿਵ ਦੇਵਾਂਗੇ, ਤੁਹਾਨੂੰ ਸਟੋਰੇਜ ਦੇਵਾਂਗੇ, ਜ਼ਰੀਆ ਲਾਤ ਦੇਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਅੱਜ ਪਿਆਜ਼ 3 ਰੁਪਏ ਕਿਲੋ ਕੋਈ ਲੈਣ ਵਾਸਤੇ ਤਿਆਰ ਕੋਈ ਨਹੀਂ। ਖੇਤਾਂ ਦੇ ਖੇਤ ਜਿਹੜੇ ਨਾ ਰੋਟਾਵੇਟਰ ਹੋ ਰਹੇ ਨੇ। ਇਹ ਪੋਜੀਸ਼ਨ ਹੈ ਪਿਆਜ਼ ਦੀ।
लेकिन अगर थोड़ा जिहा इंसेंटिव लिया जाए, कोई बाहर की दुनिया से बहुत महंगा विकदी ने चीज़ां, बाहर असीं भी जाके देखिਆ बहुत महंगियां विकदियां, लेकिन साढ़े कोल सिस्टम कोई नहीं। मार्केटिंग वाला शोभा जिहदी वजह तो असीं मार खा रहे हैं हर लिहाज नाल। अगर साड़ी आवाज़ गौरमेंट तक पहुँचे तो उन्होंने भी कोशिश करनी चाहिए। अगर तुसीं तुहाडे दोस्तां 'ਚ कोई मार्केट दे लैवल दा बंदा होवे तो इस दे उत्ते काम करने की जरूरत है, जिहड़ा कि बहुत ज़्यादा स्कोप है इहदे विच, और बहुत ज़्यादा स्कोप असीं समझदे हैं। सिर्फ ਉਹਦੀ चेन बनने की जरूरत है, ਜਿਹੜੇ माल ਚੱਕ के मंडी तक, एयरपोर्ट तक, फिर अगली मंडी तक, ਉੱਥੋਂ तक सप्लाई करना, ये चीज़ां ਜਿਹੜੀਆਂ ना ये मार्केट के हवाले नाल ने। बाकी तुसीं देखोगे फील्ड ਦੇ ਵਿੱਚ थोड़ा आए तो लेट हो तुसीं, अगर महीना पहले आंदे ਤੁਹਾਨੂੰ ਬਹੁਤ ਸਾਰੀਆਂ ਅੱਛੀ ਚੀਜ਼ਾਂ ਨਜ਼ਰ ਆਣ ਜੀ। ਹੁਣ ਤਾਂ ਫਸਲ ਐਂਡ ਹੋ ਗਈ। ਸਾਡੇ ਨਾ ਇੰਟਰਨਸ਼ਿਪ ਬੜੇ ਤੰਗ ਨੇ ਸਾਡੇ ਕੋਲ, ਸਾਡੇ ਤਾਂ ਖੁਸ਼ ਨਹੀਂ ਹੈਗੇ ਕਿਉਂਕਿ ਅਸੀਂ ਨਮਾਜ਼ ਲਈ ਇਹਨਾਂ ਨੂੰ ਖੜਾ ਕਰ ਲੈਂਦੇ ਹਾਂ। ਸਾਡੇ ਕੋਲ ਜਿਹੜਾ ਸਿਸਟਮ ਹੈ, ਨਮਾਜ਼ ਤੋਂ ਫੌਰਨ ਬਾਅਦ ਸਾਡਾ ਕੰਮ ਸ਼ੁਰੂ ਹੋ ਜਾਂਦਾ। 5:10 ਦੀ ਜਮਾਤ ਹੁੰਦੀ, ਪਰ 15 ਮਿੰਟਾਂ ਤੋਂ ਬਾਅਦ ਸਾਡੀ ਹਾਜ਼ਰੀ ਹੁੰਦੀ, ਬਕਾਇਦਾ ਹਾਜ਼ਰੀ ਹੁੰਦੀ। ਜਿਹੜੀ ਸਾਡੀ ਲੇਬਰ ਹੈ ਉਹ ਵੀ ਹਾਜ਼ਰ ਹੁੰਦੀ। ਮੈਂ ਹੋਵਾਂਗਾ ਜਾਂ ਕਾਸ਼ੋ ਹੋਵੇਗਾ, ਸਾਡੇ ਇੱਕ ਬੰਦਾ ਜ਼ਰੂਰ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਾ, ਔਰ 1 ਮਿੰਟ ਦੇ ਵੀ ਅੱਗਾ ਪਿੱਛਾ ਨਹੀਂ ਹੁੰਦਾ। 1 ਮਿੰਟ ਵੀ ਜਿਹੜਾ ਲੇਟ ਹੋਵੇ, ਸਾਡੀ ਲੇਬਰ ਨੇ ਤੈਅ ਕੀਤਾ ਹੈ 1000 ਰੁਪਇਆ ਜੁਰਮਾਨਾ, ਉਹਦਾ ਫਾਈਨ ਹੈ ਉਹਦਾ। 20 ਬੰਦੇ ਇੱਥੋਂ ਦੇ ਸਾਡੇ ਇਸ ਯੂਨਿਟ ਦੇ 20 ਮੁਜ਼ਾਹਰੇ ਹੁੰਦੇ ਨੇ, ਉਹ 20 ਬੰਦੇ ਆਉਂਦੇ ਨੇ, ਤੇ ਉਹਨਾਂ 1 ਮਿੰਟ ਵੀ ਕੋਈ ਲੇਟ ਹੋਵੇ ਤਾਂ ਹਰ ਕਿਸੇ ਨੇ ਘੜੀ ਦੇਖੀ ਹੁੰਦੀ। ਤਿਲਾਵਤ ਤੋਂ ਬਾਅਦ ਉਹ ਦੱਸਦੇ ਨੇ ਜੀ ਫਲਾਣਾ ਬੰਦਾ ਲੇਟ ਆਇਆ, 1000 ਰੁਪਇਆ ਫਾਈਨ ਲਿਖਿਆ ਜਾਂਦਾ। ਅਗਰ ਅਸੀਂ ਲੇਟ ਹੋਏ ਤਾਂ ਸਾਨੂੰ 20000 ਜੁਰਮਾਨਾ ਪੈਂਦਾ। ਅਗਰ ਅਸੀਂ ਲੇਟ ਹੋ ਜਾਈਏ 1 ਮਿੰਟ ਤੇ ਸਾਨੂੰ 20000। ਮੈਂ ਕਿਹਾ ਯਾਰ 1000 ਰੁਪਇਆ, ਸਾਡਾ ਵੀ 1000 ਲਿਖੋ। ਉਹਨਾਂ ਕਿਹਾ ਨਹੀਂ, ਤੁਸੀਂ ਸਾਰਿਆਂ ਦੇ ਬਰਾਬਰ ਜੇ ਲਿਆਦਾ ਤੁਹਾਨੂੰ 20000 ਪਏਗਾ। ਮੀਆਂ ਸਾਹਿਬ ਕੱਲ ਨੂੰ ਇਹਨਾਂ ਨੇ ਸਾਨੂੰ ਹੁਣ ਕਹਿਣਾ ਹੈ। ਹਾਂ ਬਿਲਕੁਲ ਕਹਿਣਾ ਚਾਹੀਦਾ ਹੈ, ਬਿਲਕੁਲ। ਅਗਰ ਟੀਚਰ ਕਹੇ ਤੁਸੀਂ 7 ਵਜੇ ਆਉਣਾ, ਤੁਸੀਂ ਵੀ ਕਹੋ ਉਸਤਾਦ ਜੀ ਤੁਸੀਂ ਵੀ 7 ਵਜੇ ਆਉਣਾ, ਇਹ ਬਿਲਕੁਲ ਕਹਿਣਾ ਚਾਹੀਦਾ ਹੈ। ਦੇਖੋ ਜੀ, ਜਦ ਤੱਕ ਅਸੀਂ ਆਪਣੇ ਆਪ ਨੂੰ ਪਾਬੰਦ ਨਹੀਂ ਕਰਾਂਗੇ, ਅਸੀਂ ਖੁਦ ਆਪਣੇ ਆਪ ਨੂੰ ਪਾਬੰਦ ਨਹੀਂ ਕਰਾਂਗੇ, ਅਸੀਂ ਲੇਬਰ ਨੂੰ ਕਿਸ ਤਰ੍ਹਾਂ ਕਹਿ ਸਕਦੇ? ਮੈਂ ਸਿਗਰਟ ਪੀਵਾਂ, ਦੂਸਰੇ ਨੂੰ ਕਹਾਂ ਤੂੰ ਨਾ ਪੀ, ਗੱਲ ਬਣਦੀ ਨਹੀਂ ਬਣਦੀ। ਇਹ ਜ਼ਿੰਦਗੀ ਦਾ ਇੱਕ, ਔਰ ਸਾਨੂੰ ਉਸ 'ਤੇ ਬੜੀ ਆਸਾਨੀ ਹੋਈ ਜਦੋਂ ਦਾ ਅਸੀਂ ਉਹ ਪ੍ਰੋਗਰਾਮ ਸ਼ੁਰੂ ਕੀਤਾ। ਸਵੇਰ ਵਾਲੀ ਹਾਜ਼ਰੀ ਦਾ ਅਸੀਂ ਕੁਰਾਨ ਪਾਕ ਅਲਹਮਦੁਲਿਲਾ ਤਰਜਮੇ ਨਾਲ, ਕੋਈ 6ਵੀਂ 7ਵੀਂ ਦਫਾ ਅਸੀਂ ਤਰਜਮੇ ਨਾਲ ਕੁਰਾਨ ਪਾਕ ਪੜ੍ਹ ਲਿਆ, ਇੱਕ ਰਕੂ ਪੜ੍ਹ ਲਿਆ ਤਰਜਮੇ ਨਾਲ, ਔਰ ਬਹੁਤ ਕੁਝ ਮਾਲੂਮ ਹੁੰਦਾ ਹੈ ਵੀ ਕੁਰਾਨ ਪਾਕ ਕਹਿੰਦਾ ਕੀ। ਉਹ ਇੱਕ ਅਲੱਗਾ ਹੀ ਟੇਸਟ ਹੈ ਉਹਦਾ। ਅਲਹਮਦੁਲਿਲਾ ਨਮਾਜ਼ ਅਸੀਂ ਮੁਜ਼ੇਰਾਂ ਨੂੰ ਵੀ ਪੜ੍ਹਾਉਂਦੇ, ਆਪ ਵੀ ਪੜ੍ਹਨੇ ਤਰਜਮੇ ਨਾਲ, ਕੁਰਾਨ ਪਾਕ ਵੀ ਤਰਜਮੇ ਨਾਲ ਪੜ੍ਹਦੇ। ਮਕਸਦ ਇਹ ਇੱਕ। ਦੂਸਰਾ ਡਾਕਟਰ ਜ਼ੁਲਫਕਾਰ ਸਾਹਿਬ ਦੀ ਤੁਹਾਨੂੰ ਮੈਂ ਗੱਲ ਸੁਣਾਵਾਂਗਾ, ਜੋ ਉਹਦੇ ਪੜ੍ਹਾਉਂਦੇ ਹੁੰਦੇ ਸੀ ਉੱਥੇ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੇ ਸਾਨੂੰ ਦਾਵਤ ਦਿੱਤੀ। ਚੌਧਰੀ ਜ਼ਫਰ ਸਾਹਿਬ, ਚੌਧਰੀ ਖਾਲਦ ਸਿੰਧੀ ਸੀ, ਅਸੀਂ 3 ਬੰਦੇ ਇੱਥੋਂ ਗਏ ਰਾਤ ਨੂੰ। ਸਾਡੀ ਬੱਸ ਦਾ ਐਕਸੀਡੈਂਟ ਵੀ ਹੋਇਆ 2 ਦਫਾ ਰਸਤੇ ਦੇ, ਡਰਾਈਵਰ ਦਾ ਐਕਸੀਡੈਂਟ ਵੀ ਹੋਇਆ। ਫਿਰ ਦੂਸਰੀ ਬੱਸ ਆਈ ਫੈਸਲਾਬਾਦ, ਉਹ ਸਾਨੂੰ ਲੈ ਗਈ। ਉਹ ਕਾਟਨ ਸੈਮੀਨਾਰ ਸੀ, ਉਹ ਸਿੱਖਾਂ ਦਾ ਡੈਲੀਗੇਸ਼ਨ ਵੀ ਆਇਆ ਸੀ ਉੱਥੇ, ਬਹੁਤ ਸਾਰੇ ਲੋਕ ਆਏ ਹੋਏ ਸੀ। तो एक मिनिस्टर आया, चीमा साहब सी मिनिस्टर उस इलाके का टैक्सटाइल का। उदों कपाह का रेट होंदा, काटन का रेट होंदा 700 रुपये, मार्केट 750 700, गौरमेंट का रेट 850 सी, लेकिन मार्केट 600 700 इतने इस दरम्यान वो रेट चलता पाया सी। वो चीमा साहब तकरीर करके जान लगे तो मैं उन्होंने रोक लिया। मैं आखिया जी मेरी गल सुना जी। आखिया जी दसो। मैं आखिया TCB अगर नहीं आएगी मैदान, दूसरा बायर अगर नहीं आएगा तो एक बंदा खरीदने वाला वो तो अपनी मनापली करता पाया। साढ़े को निकल जानी कपाह, फिर किसानों तो कोई फायदा नहीं होना। 850 रेट गौरमेंट ने अनाउंस किया, 850 नाल तो खरीदारी होनी चाहिए। फिर वो उन्हें आखिया जी मैं नवा आया, मैं फिर उत्ते शेर सुनाया एक उस्ताद दामन का, मैंने शेर याद है कि की करी जाना है, की करी जाना है, कभी शिमले पे जाना है, कभी मरी पे जाना है, वो की करी जाना है, की करी जाना है, उतो खेस खिंची जाना है, थलो दरी खिंची जाना है, की करी जाना है, की करी जाना है। वो डॉक्टर जुल्फकार साहब हुण आए ना जी उत्थे, तो उन्होंने वो याद सी वो वाक़या। वो कहते चौसे मैनू तुहाडी वो गल हाले तक भुल्ली नहीं। और सिख उहदे आए सी, सिखां दा डेलीगेशन, उन्होंने वो पंजाबी दा बिल्कुल माहौल सी, तो पंजाबी उन्होंने बड़ियां ताड़ियां छाड़ियां मारियां। मकसद ये सीखण वास्ते सफ़र करना चाहिए, मसाइब तो घबराना नहीं चाहिए। मसाइब विचों ही कलंदर निकलते हैं, मसाइब तो घबराना नहीं चाहिए, मसाइब दे विचों ही निकलते हैं, तकलीफां दे विचों बंदे निकलते हैं। अगर आखिर मैनू तकलीफ ही ना आए, कोई मैनू परेशानी ना आए, कोई मसला ना आए, तो गल नहीं बनती। मैं ये चीज़ां लोग रह गई थी, शेयर करनी है तुहाडे नाल। बहुत मेहरबानी अल्लाह।